ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम ज्ञान अलप मत थोड़ी तुम अपन बिरद रखाओ। तुमरी शरण तुम्हारी आशा तुम ही साजन सुहेले। राखो राखण हार दयाला नानक कर के गोले। जी राखो राखण हार दयाला नानक कर के गोले। वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज जिन्हां दी अपार बख्शिश होई है। आप रोजाना ਅੰਮ੍ਰਿਤ ਵੇਲੇ ਜਾਗ ਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਪੂਰਾ ਕਰ ਰਹੇ ਹੋ। ਜੀਵਨ ਦੀ ਘੜੀਆਂ ਨੂੰ ਆਪ ਜੀ ਸਫਲ ਕਰ ਰਹੇ ਹੋ। ਆਓ ਕੁਝ ਸਮਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਦਾ ਸਦਕਾ ਜੋ ਪਿਛਲੇ ਹਫ਼ਤੇ ਮੂਲ ਮੰਤਰ ਦਾ ਪ੍ਰਕਰਣ ਗੁਰੂ ਸਾਹਿਬ ਨੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਇਆ ਹੈ, ਆਓ ਉਸ ਕੜੀ ਨੂੰ ਜੋੜਨ ਦਾ ਯਤਨ ਕਰੀਏ। ਸਤਿਗੁਰੂ ਆਪ ਰਸਨਾ 'ਤੇ ਬੈਠਣ ਜਿਉਂ ਬੁਲਾਵੇਂ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸੋ ਅਸੀਂ ਜੋ ਪਿਛਲਾ ਪ੍ਰਕਰਣ ਸੀ ਕਿ ਉਸ ਪਰਮਾਤਮਾ ਦੇ ਮੂਲ ਮੰਤਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਧੁਰੋਂ ਪਰਮਾਤਮਾ ਪਾਸੋਂ ਜਦੋਂ ਸੰਸਾਰ ਵਿੱਚ ਵੰਡਣ ਵਾਸਤੇ ਜਦੋਂ ਪਰਮਾਤਮਾ ਵੱਲੋਂ ਹੁਕਮ ਹੋਇਆ ਸੀ ਕਿ ਹੇ ਗੁਰੂ ਨਾਨਕ ਜਾਓ ਸੰਸਾਰ ਦੇ ਵਿੱਚ ਇਹ ਭਟਕੇ ਹੋਏ ਭੁੱਲੇ ਲੋਕਾਂ ਨੂੰ ਜਾ ਕੇ ਉਸ ਧਰਮ ਦਾ ਰਾਹ ਸੱਚਾ ਰਾਹ ਦਿਖਾਓ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਬੇਨਤੀ ਕਰਕੇ ਕਿ ਹੇ ਮਾਲਕ ਹੇ ਅਕਾਲ ਪੁਰਖ ਵਾਹਿਗੁਰੂ, ਜੇ ਆਪ ਕਹਿੰਦੇ ਹੋ ਸੰਸਾਰ ਵਿੱਚ ਕੁਛ ਵੰਡਣਾ ਹੈ ਅਤੇ ਵੰਡਣ ਵਾਸਤੇ ਤਾਂ ਕੁਛ ਆਪ ਜੀ ਦਾ ਉਹ ਅਸੀਸ ਚਾਹੀਦੀ ਹੈ, ਮੈਂ ਕਿਸ ਤਰ੍ਹਾਂ ਵੰਡਾਂ, ਕੀ ਵੰਡਾਂ ਮੈਂ। ਤਾਂ ਉਸ ਵੇਲੇ ਇਤਿਹਾਸ ਆਪ ਜਾਣੂ ਹੋ ਕਿ ਵਹੀ ਨਦੀ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਪਰਮਾਤਮਾ ਨੇ ਉਸ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਸੀ। ਤਾਂ ਉਸ ਨੂੰ ਹੀ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਧਾਰ ਬਣਾ ਕੇ ਸਾਰੇ ਸੰਸਾਰ ਜੋ ਸੜਦਾ ਬਲਦਾ ਤਪਦਾ ਹੋਇਆ ਸੰਸਾਰ ਸੀ ਉਸ ਦੇ ਵਿੱਚ ਨਾਮ ਦੀ ਉਹ ਅੰਮ੍ਰਿਤ ਦੇ ਛਿੱਟੇ ਪਾ ਕੇ ਸਤਿਗੁਰੂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸੋ ਅਸੀਂ ਪਿਛਲੇ ਹਫ਼ਤੇ ਇੱਕ ਓਅੰਕਾਰ ਦੀ ਜੋ ਵਿਆਖਿਆ ਸੀ ਗੁਰੂ ਸਾਹਿਬ ਨੇ ਜਿਤਨੀ ਕੁ ਸੋਝੀ ਬਖਸ਼ੀ ਸੀ ਉਸ ਮੁਤਾਬਕ ਸਮਝਾਉਣ ਦਾ ਅਸੀਂ ਆਪਸ ਵਿੱਚ ਸਾਂਝ ਪਾਉਣ ਦਾ ਯਤਨ ਕੀਤਾ ਸੀ। ਸੋ ਟੂਕ ਮਾਤਰ ਉਸ ਨੂੰ ਫਿਰ ਜੋੜਿਆ ਜਾਵੇ ਕਿ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਮੂਲ ਮੰਤਰ ਵਿੱਚ ਸਭ ਤੋਂ ਜਿਹੜਾ ਪਹਿਲੀ ਗੱਲ ਸੀ ਕਿ ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ ਅਤੇ ਓਂਗ ਉਹ ਪਰਮਾਤਮਾ ਅਤੇ ਕਾਰ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਕੋਈ ਐਸੀ ਜਗ੍ਹਾ ਨਹੀਂ ਹੈ ਜਿਹਦੇ ਵਿੱਚ ਪਰਮਾਤਮਾ ਜਿੱਥੇ ਨਾ ਹੋਵੇ। ਤੋ ਇੱਕ ਹੈ, ਕਿਤੇ ਭੁਲੇਖੇ ਵਿੱਚ ਨਾ ਰਹਿਣਾ ਕਿ 2 ਨੇ 3 ਨੇ 4 ਨੇ। ਅੱਜ ਵੀ ਕਈ 33 ਕਰੋੜ ਦੇਵਤੇ ਰੱਬ ਬਣੀ ਬੈਠੇ ਨੇ। ਗੁਰੂ ਸਾਹਿਬ ਨੇ ਸਾਨੂੰ ਬਸ ਇੱਕ ਇਹੀ ਗੱਲ
ਸਾਨੂੰ ਸਟਾਰਟਿੰਗ ਤੋਂ ਹੀ, ਮੈਂ ਕੱਲ ਵੀ ਉਸ ਪਿਛਲੇ ਹਫ਼ਤੇ ਵੀ ਕਿਹਾ ਸੀ ਕਿ ਦ੍ਰਿੜ ਕਰਾਈ ਕਿ ਸਿੱਖਾ ਜੇ ਇੱਕ ਨੂੰ ਤੂੰ ਪਕੜ ਕਰ ਲਏਗਾ ਤੇ ਫਿਰ ਤੈਨੂੰ ਇੱਕ ਦਾ ਹੀ ਵਿਸਤਾਰ ਮੂਲ ਮੰਤਰ ਹੈ, ਤੇ ਮੂਲ ਮੰਤਰ ਦਾ ਹੀ ਵਿਸਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਦੇਖੋ, ਹਰ ਚੀਜ਼ ਇੱਕ ਦੇ ਨਾਲ ਜੁੜੀ ਹੈ, ਸਾਰੀ ਗੁਰਬਾਣੀ ਉਸ ਪਰਮਾਤਮਾ ਦੀ, ਕਿਉਂਕਿ ਇੱਕ ਤੋਂ ਇਲਾਵਾ ਕੋਈ ਵੀ ਨਹੀਂ ਹੈ। ਬੜੇ ਸ਼ਬਦ ਤੁਹਾਨੂੰ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ ਹੋਣਗੇ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈਲ ਸੋਏ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਇਹ ਤਾਂ ਸਾਹਿਬ ਮੇਰਾ ਏਕੋ ਹੈ, ਏਕ ਪਿਤਾ ਏਕਸ ਕੇ ਹਮ ਬਾਰਕ। ਦੇਖੋ, ਸਾਰੀਆਂ ਗੱਲਾਂ ਅੱਗੇ ਚੱਲ ਕੇ ਆਦ ਸੱਚ ਜੁਗਾਦ ਸੱਚ, ਇਹ ਸਾਰੀਆਂ ਗੱਲਾਂ ਸਾਨੂੰ ਇੱਕ ਦੇ ਨਾਲ ਜੋੜਨ ਦੀ ਹੀ ਗੱਲ ਕਰ ਰਹੀਆਂ ਨੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕੋਈ ਦੋ ਤਿੰਨ ਨਹੀਂ ਚਲਾ ਰਹੇ, ਸਭ ਨੂੰ ਚਲਾਉਣ ਵਾਲਾ ਉਹ ਪਰਮਾਤਮਾ ਹੈ, ਔਰ ਹਰ ਜਗ੍ਹਾ ਪਰਮਾਤਮਾ ਹੀ ਹੈ। ਜੇ ਅਸੀਂ ਸ਼ੱਕ ਤਾਂ ਕਰੀਏ ਕੋਈ ਦੂਜਾ ਹੋਵੇ, ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਪਾਤਸ਼ਾਹ ਕਹਿੰਦੇ ਨੇ ਜੇ ਸ਼ੱਕ ਤਾਂ ਕਰੀਏ, ਕਬੀਰ ਸਾਹਿਬ ਕਹਿੰਦੇ ਨੇ ਕਿ ਦੂਜਾ ਹੋਵੇ, ਕਿਉਂਕਿ ਪਰਮਾਤਮਾ ਵਰਗਾ ਤੇ ਪਰਮਾਤਮਾ ਹੀ ਹੈ, ਔਰ ਕੋਈ ਐਸੀ ਜਗ੍ਹਾ ਨਹੀਂ ਹੈ ਕਿਉਂਕਿ ਜਿੱਥੇ ਪਰਮਾਤਮਾ ਨਾ ਹੋਵੇ। ਸਾਧ ਸੰਗਤ, ਉਹ ਸਭ ਕੁਝ ਆਲ ਇਨ ਆਲ ਆਪ ਹੈ। ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ, ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਦਿਆ। ਤੂੰ ਕਰਨ ਕਾਰਨ ਸਮਰਥ ਹੈ, ਤੂੰ ਕਰੇ ਸੋ ਥੀਆ। ਤੂੰ ਅਨ ਮੰਗਿਆ ਦਾਨ ਦੇਵ ਨਾ ਸਭਨਾ ਹਾਂ ਜੀਆਂ। ਸਭ ਆਖੋ ਸਤਿਗੁਰ ਵਾਓ ਵਾਓ, ਜਿਨ ਦਾਨ ਨਾਮ ਮੁਖ ਹਰ ਦਿਆ। ਉਹ ਪਰਮਾਤਮਾ ਹੀ ਸਭ ਕੁਝ ਹੈ। ਕੋਈ ਜਗ੍ਹਾ ਤੁਹਾਨੂੰ ਸਰਵ ਵਿਆਪਕ ਹੈ, ਕੋਈ ਜਗ੍ਹਾ ਬਿਨਾਂ ਪਰਮਾਤਮਾ ਤੋਂ ਤੁਹਾਨੂੰ ਨਹੀਂ ਮਿਲੇਗੀ। ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਪਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਉਹੀ ਇੱਕ ਓੰਕਾਰ। ਦੇਖੋ, ਏਕੰਕਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਚੌਪਈ ਸਾਹਿਬ ਵਿੱਚ ਅਰੰਭਤਾ ਵਿੱਚ ਵੀ ਮੂਲ ਮੰਤਰ ਦੇ ਨਾਲ ਹੀ ਜੋੜਿਆ, ਪਰਣੋ ਆਦ ਏਕੰਕਾਰਾ। ਜਿਹੜੀ ਅਕਾਲ ਉਸਤਤ ਤੋਂ ਪ੍ਰਸਾਦ ਚੌਪਈ ਪੜ੍ਹੀ ਦੀ ਹੈ ਨਾ, ਅਕਾਲ ਉਸਤਤ ਵਿੱਚੋਂ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰੀ, ਆਪ ਜੀ ਪੜ੍ਹੀ ਹੈ, ਪਰਣੋ ਆਦ। ਕਿਹਨੂੰ ਨਮਸਕਾਰ ਕਰ ਰਹੇ ਨੇ? ਪ੍ਰਣਾਮ। ਪਰਣੋ ਆਦ ਏਕੰਕਾਰਾ। ਏਕੰਕਾਰਾ ਕੀ ਹੈ? ਉਹੀ ਇੱਕ ਓੰਕਾਰ। ਪਰਣੋ ਆਦ ਏਕੰਕਾਰਾ, ਜਲ ਥਲ ਮਈਲ। ਹਰ ਦੇ ਵਿੱਚ ਪਰਮਾਤਮਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੋਈ ਜਗ੍ਹਾ ਐਸੀ ਨਹੀਂ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਉਹਦੇ ਹੱਥ ਵਿੱਚ ਹੀ ਸਭ ਕੁਝ ਹੈ। ਸਾਡੇ ਜੀਵਨ ਦੇ ਹੱਥ, ਸਾਧ ਸੰਗਤ, ਕੁਝ ਵੀ ਨਹੀਂ ਹੈ। ਅਸੀਂ ਕਿਸ ਗੱਲ ਦੀ ਡਿੰਗ ਮਾਰਦੇ ਹਾਂ? ਉਹਦੇ ਹੱਥ ਵਿੱਚ ਉਹ ਚਾਹੇ ਜਦੋਂ ਮਰਜੀ ਧਰਤੀ ਨੂੰ ਬਣਾ ਦੇ, ਜਦੋਂ ਮਰਜੀ ਸਮੇਟ ਦੇ। ਹਰਨ ਪਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋ। ਉਹ ਤੇ ਖਿਨ ਮੇ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਤੇ ਖਿਨ, ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਉਹ ਕਿੰਨੀਆਂ ਹੀ ਧਰਤੀਆਂ ਬਣਾ ਦੇ ਤੇ ਕਿੰਨੀਆਂ ਹੀ ਸਮੇਟ ਦੇਵੇ। ਹੁਣੇ ਪੜ੍ਹਿਆ ਨਾ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਦੇਹ ਅਪਾਰਾ। ਜਬ ਆ ਕਰਖ ਕਰ ਤੋ ਕਬੂ, ਤੁਮ ਮੈਂ ਮਿਲਤ ਦੇ ਤਰ ਸਬੂ। ਜਬ ਆ ਕਰਖ ਕਰ ਤੋ ਕਬੂ, ਤੁਮ ਮੈਂ ਮਿਲਤ ਦੇ ਤਰ ਸਬੂ। ਜਦੋਂ ਚਾਹੇ ਉਹ ਸਮੇਟ ਵੀ ਸਕਦਾ ਹੈ ਤੇ ਜਦੋਂ ਚਾਹੇ ਉਹ ਪਰਮਾਤਮਾ ਬਣਾ ਵੀ ਸਕਦਾ ਹੈ, ਕਿਉਂਕਿ ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। ਸਾਡੇ ਹੱਥ ਕੁਛ ਵੀ ਨਹੀਂ ਹੈ, ਉਹ ਸਾਰਾ ਕੁਛ ਪਰਮਾਤਮਾ ਦੇ ਹੱਥ ਹੈ। ਦੇਖੋ, ਪਰਮਾਤਮਾ ਦਾ ਨਾ ਕੋਈ ਸਾਨੀ ਨਹੀਂ ਹੈ। ਸਾਨੀ ਭਾਵ ਪਰਮਾਤਮਾ ਦੇ ਨਾਲ ਦਾ ਕੋਈ ਹੈ ਹੀ ਨਹੀਂ। ਜੇ ਇੰਨਾ ਕੋਈ ਹੋਏਗਾ ਤੇ ਪਰਮਾਤਮਾ ਦੀ ਗੱਲ ਕਰੇਗਾ ਨਾ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਪਰਮਾਤਮਾ ਜਿਤਨਾ ਕੋਈ ਹੋਵੇਗਾ ਤੇ ਪਰਮਾਤਮਾ ਦੀ ਗੱਲ ਦੱਸੇਗਾ ਨਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਜਿੱਡਾ ਕੋਈ ਹੈ ਹੀ ਨਹੀਂ। ਰੱਬ ਨੇ ਹਰ ਇੱਕ ਚੀਜ਼ ਬਣਾਈ ਹੈ। ਮੈਂ ਜਿੱਥੇ ਨਜ਼ਰ ਮਾਰਨਾ, ਆਪ ਜੀ ਮਾਰਦੇ ਹੋ, ਹਰ ਚੀਜ਼ ਦੀ ਜ਼ਰੇ ਜ਼ਰੇ ਵਿੱਚ ਪਰਮਾਤਮਾ ਹੈ। ਹਰ ਪਰਮਾਤਮਾ ਨੇ ਕਿਤਨੇ ਕਰੋੜਾਂ ਅਰਬਾਂ ਜੀਵ ਬਣਾ ਦਿੱਤੇ, ਜੀਵ ਜੰਤੂ ਬਣਾ ਦਿੱਤੇ। ਅੰਡ ਜੇਰ ਸੇਤਜ ਕੀਨੀ, ਉਤਪੁਜ ਖਾਨ ਬੋ ਰਚ ਦੀਨੀ। ਇਹ ਚਾਰ ਖਾਣੀਆਂ ਰਾਈ
जो संसार की उत्पत्ति है, अंडियां तो, गर्भ तो, पसीने तो, ये उपज, ये सारी चार खानियां ही ने। पर कमाल की गल है, परमात्मा ने सब कुछ बनाया है, पर परमात्मा ने दूजा परमात्मा नहीं बनाया। देखो झगड़े कदों हुंदे ने? जदों दो होण। कहंदे ना म्यान विच दो तलवारां नहीं रह सकदियां। ये सोसाइटियां लै लो, ये संस्थावां लै लो, RWA लै लो, स्टेट दे इलैक्शन लै लो, कंट्री दे इलैक्शन लै लो, ये झगड़े तद ही हुंदे ने जदों एक तो दो हुंदे ने। जिथे दो होणगे उत्थे किसे ना किसे दा मूँह बनिया होएगा। पर परमात्मा नूं किसे दी सलाह लैण दी लोड़ नहीं है, बई ये कारज करना है कि नहीं करना। क्योंकि झगड़े कद होंदे ने? जद एक दूजा खड़ा हो जाता है तो उस कारज नूं होण नहीं देंदा। ते तां ही गुरु महाराज कहंदे ने वो एका एका पा के एक है। मैं तां इस नूं ज़्यादा तवज्जो दे रहा कि असी एक दे उत्ते जे असी पहरा दे दईए ना, जदों भी कदी रब ना करे दुख आ जाए, सुख आ जाए, दुख भी परमात्मा ने दिता है ते सुख भी परमात्मा ने दिता है। असी उस नूं याद करिए। पढ़ने ना, मैं ताण दीवान तू है मेरे स्वामी, मैं तुद आगे अरदास, मैं होर थाओ नाही, जिस पे करो बेनंती, मेरा दुख सुख तुझ ही पास। मैं किदे अगे? देखो सुख नूं किने दिता है? परमात्मा ने। ते धन्नवाद किहदा बनदा है? परमात्मा दा। दुख आया, दुख किसने कटना है? परमात्मा ने। ते फिर अरदास किहदे अगे होनी है? परमात्मा दे। दुख तिसे पे आखिए, सुख जिसे पास। गुरु ग्रंथ साहब दे बोल ने। दुख ओनू को जिहदे कोल सुख ने। जे दुनिया अगे अपना दुख वंडाएगा तो दुख फिर समझ लै वो तेरी भंड होएगी। तू परमात्मा दे अगे अपना दुखड़ा रख। ते परमात्मा एक है, सर्व व्यापक है, किसे नू नहीं पता। दसो किसे नू पता होए परमात्मा कद पैदा होया है ही के? किसे नू नहीं पता। ये पढ़िया ना जपजी साहब विच, कवन सुवेला। देखो इहदा विश्राम का खास तौर पर ध्यान देना है। कवन सुवेला, वखत कवन, कवन थित कवन वार, कवन सिरुती मां, कवन जित होआ आकार। मारे कहते केड़ा वेला सी, वो केड़ी रुत सी, वो केड़ा महीना सी। दसो कदों परमात्मा पैदा होया? किसे नू नहीं पता। पिता का जन्म के जाने पूत। एक पुत्र, असी पुत्र ही हैं ना, परमात्मा दे बच्चे ही हैं ना। हाँ, तुम मात पिता हम बारक तेरे, एक पिता एकस के हम बारक। कोई पिता दा जन्म वो पुत्र दस सकता है कि प्यो कदों पैदा होया सी? नैवर, कदी नहीं दस सकता। ते पातशाह कहते ने वेल ना पाइयां पंडिती, एवें पढ़ना, वेल ना पाइयां पंडिती, जे होवे लेख पुराण। जे पंडितां नूं पता हुंदा कि परमात्मा किस वेले पैदा होया ते वो पुराण विच लिख जांदे, भाई इस सन नूं इस वेले होया। वक्त ना पायो कादियां, जे काजियां नूं ही पता हुंदा, जे लिखण लेख पुराण, वो भी पुराण विच लिख जांदे, पुराण विच लिख जांदे। थित वार ना जोगी जाने, वो थित जोगी भी नहीं जानते। रुतमा ना कोई, भाई कदों रब पैदा होया है। तो महाराज ने फैसला दे दिता, जां करता सृष्टि को साजे, आपे जाने सोई। इस सृष्टि नूं साजण वाला या आप ही जानता है, और कोई नहीं जानता। देखो उसी परमात्मा दे ये अंदाजे ही ने। महाराज एक बचन है ना, अरबद नरबद धंधुकारा, धरन ना गगना हुक्म अपारा, ना दिन रैन ना चंद ना सूरज, सुन समाद लगाएंदा। करोड़ा अरबां असंख समय विच, अरबद अरबां साल नरबद धंधुकारा, उस वेले जदों धरती नहीं भी सी ना,
ਜਦੋਂ ਧਰਤੀ ਬਣੀ ਨਹੀਂ ਸੀ ਤੇ ਮਹਾਰਾਜ ਕਹਿੰਦੇ ਸਨ ਉਸ ਵੇਲੇ ਧੁੰਦ ਸੀ, ਚਾਰੋਂ ਪਾਸੇ ਧੁੰਦ ਸੀ। ਅਰਬਦ ਨਰਬਦ ਧੰਦੂਕਾਰਾ, ਧਰਨ ਨਾ ਗਗਨ ਹੁਕਮ ਅਪਾਰਾ। ਨਾ ਧਰਨ ਨਾ ਧਰਤੀ ਸੀ, ਨਾ ਆਕਾਸ਼ ਸੀ, ਪਰ ਹੁਕਮ ਫੇਰ ਵੀ ਉਸ ਪਰਮਾਤਮਾ ਦਾ ਚੱਲ ਰਿਹਾ ਸੀ। ਨਾ ਦਿਨ ਰਹਿਣ, ਨਾ ਉਸ ਤੇ ਰਾਤ ਸੀ, ਨਾ ਦਿਨ ਸੀ, ਕਿਉਂਕਿ ਧੁੰਦ ਸੀ ਸਾਰੀ ਤਰਫ। ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ। ਨਾ ਚੰਦ ਸੀ, ਨਾ ਸੂਰਜ ਸੀ। ਪਰਮਾਤਮਾ ਉਸ ਟਾਈਮ ਕੀ ਕਰ ਰਿਹਾ ਸੀ? ਸੁਨ ਸਮਾਦ ਲਗਾਏਂਦਾ। ਉਹ ਸੁਨ ਸਮਾਧੀ ਵਿੱਚ ਆ ਕੇ ਕੱਲਾ ਬੈਠਾ ਹੋਇਆ ਸੀ। ਜਦ ਕੋਈ ਵੀ ਧਰਤੀ ਦੇ ਉੱਤੇ ਕੁਝ ਵੀ ਨਹੀਂ ਸੀ, ਕੋਈ ਅੰਦਾਜ਼ਾ ਨਹੀਂ ਕਿ ਕਦੋਂ ਪੈਦਾ ਹੋਇਆ ਹੈ। ਪੜ੍ਹਦੇ ਨਾ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਜਾਪ। ਉਹ ਆਪ ਹੀ ਸਭ ਕੁਝ ਹੈ। ਔਰ ਇਸ ਦੇ ਅੰਦਾਜ਼ੇ ਲਾਣੇ ਗਲਤ ਨੇ ਕਿ ਪਰਮਾਤਮਾ ਐਦੋਂ ਪੈਦਾ ਹੋਇਆ ਹੈ, ਐਦੋਂ ਹੋਇਆ ਹੈ। ਪਰਮਾਤਮਾ ਦਾ ਨਾ ਇੱਧਰ ਦਾ ਬੰਨਾ ਜਾਂ ਉੱਧਰ ਦਾ ਬੰਨਾ, ਤਾਂ ਹੀ ਉਹਨੂੰ ਪਾਰਾਵਾਰ ਕਿਹਾ। ਉਹਦਾ ਕੋਈ ਪਾਰਾਵਾਰ ਪਾ ਨਹੀਂ ਸਕਦਾ। ਤੂੰ ਬੇਅੰਤ ਕੋ ਵਿਰਲਾ ਜਾਣੇ। ਤੋ ਗੁਰੂ ਮਹਾਰਾਜ ਇਹ ਸਮਝਾ ਕੇ ਸਾਨੂੰ ਅੱਜ ਦੱਸ ਰਹੇ ਨੇ ਕਿ ਪਰਮਾਤਮਾ ਇੱਕ ਹੈ, ਕੋਈ 2 3 4 ਨਹੀਂ ਨੇ। ਇਹ ਮਨ 'ਚ ਬਿਠਾ ਲੈ। ਮੈਂ ਪਹਿਲਾਂ ਵੀ ਕਿਹਾ ਸੀ, ਹਰ ਰਾਗ ਆਰੰਭ ਹੋਣ 'ਤੇ, ਹਰ ਬਾਣੀ ਆਰੰਭ ਹੋਣ 'ਤੇ, ਹਰ ਭਗਤ ਦੀ ਬਾਣੀ ਆਰੰਭ ਹੋਣ 'ਤੇ ਗੁਰੂ ਸਾਹਿਬ ਨੇ ਜਿਹੜਾ ਰੂਪ ਮੂਲ ਮੰਤਰ ਦਾ ਵਰਤਿਆ 567 ਵਾਰੀ, ਉਹ ਅਸੀਂ ਪਿਛਲੀ ਵਾਰੀ ਸ਼ਰਵਣ ਕੀਤਾ ਸੀ ਕਿ ਇੱਕ ਗੱਲ ਯਾਦ ਰੱਖ ਲੈ, ਕੋਈ ਵੀ ਬਾਣੀ ਪੜ੍ਹਨੀ ਹੈ, ਧਿਆਨ ਉਹਦੇ ਵਿੱਚ ਦੇਈਂ ਕਿ ਉਹ ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਜੇ ਤੈਨੂੰ ਇਸ ਗੱਲ ਦੀ ਸਮਝ ਆ ਗਈ ਤੇ ਫਿਰ ਤੂੰ ਅਗਲਾ ਵਿਸ਼ਾ ਸਟਾਰਟ ਕਰ ਦੇ, ਕਿਉਂਕਿ ਇੱਕ ਨੂੰ ਸਮਝ ਲਈਏ। ਗੁਰੂ ਗ੍ਰੰਥ ਸਾਹਿਬ ਇੱਕ ਦੇ ਉੱਤੇ ਜ਼ੋਰ ਦਿੰਦੇ ਨੇ, ਉਹ ਪਰਮਾਤਮਾ ਹੈ। ਤਾਂ ਗੁਰੂ ਸਾਹਿਬ ਫਿਰ ਅੱਜ ਦੂਜੀ ਬਖਸ਼ਿਸ਼ ਕਰ ਰਹੇ ਹਨ, ਕਹਿ ਰਹੇ ਨੇ ਸਤਿਨਾਮ। ਦੇਖੋ, ਮੈਂ ਥੋੜਾ ਜਿਹਾ ਇੱਥੇ ਵੀ ਜ਼ੋਰ ਦੇਵਾਂਗਾ। ਸਤ ਆਪ ਨੋਟ ਵੀ ਕਰ ਸਕਦੇ ਹੋ। 7 ਅੱਖਰ ਗੁਰਬਾਣੀ ਵਿੱਚ ਨਾ 3 ਰੂਪਾਂ 'ਚ ਆਉਂਦਾ ਹੈ। ਕਦੇ ਵੀ ਨੋਟ ਕਰਨਾ, ਉਚਾਰਨ 7 ਹੀ ਹੋਏਗਾ, ਪਰ ਉਹਦੇ ਮੀਨਿੰਗਸ, ਭਾਵ ਅਰਥ ਬਦਲ ਜਾਣਗੇ। ਦੇਖੋ, ਸੱਸਾ ਤੇ ਤੱਤਾ ਮੁਕਤਾ ਆਉਂਦਾ ਕਈ ਜਗ੍ਹਾ ਤੇ। ਉਹਦਾ ਭਾਵ ਕੀ ਹੈ? 7 ਤੋਂ ਹੈ, ਬੋਲਣ ਹੀ 7 ਹੀ ਹੈ। ਉਹਦਾ ਭਾਵ ਹੈ ਕਿ 7, ਇੰਗਲਿਸ਼ ਦਾ 7, 7 ਕਹਿ ਲਓ, ਗਿਣਤੀ ਦਾ 7। ਜੇ 7 ਐਵੇਂ ਲਿਖਿਆ ਆਏਗਾ ਤੇ ਜੇ ਸੱਸਾ ਤੱਤਾ ਤੱਤੇ ਤੇ ਔਂਕੜ ਹੋਏਗੀ, ਹੈ ਪੜ੍ਹਨ ਹੀ 7 ਹੀ ਹੈ। ਉਹਦਾ ਭਾਵ ਹੋਏਗਾ ਆਚਰਨ, ਕਰੈਕਟਰ ਜਾਂ ਦਾਨ। ਔਰ ਇਹ ਅੱਖਰ ਨਾ ਜ਼ਿਆਦਾਤਰ ਸੰਤੋਖ ਦੇ ਨਾਲ ਆਏਗਾ। ਇਹ ਹੁਣੇ ਤੁਸੀਂ ਜਪਜੀ ਸਾਹਿਬ ਦੇ ਗੁਰਬਾਣੀ ਦਰਸ਼ਨ ਕੀਤੇ ਨਾ, ਸੁਣਿਆ ਸਤ ਸੰਤੋਖ ਗਿਆਨ, ਉਹ ਤੱਤੇ ਤੇ ਔਂਕੜ ਹੋਏਗੀ, ਉਹ ਹਮੇਸ਼ਾ ਸੰਤੋਖ ਦੇ ਨਾਲ ਆਏਗਾ। ਇਹ ਵਾਲਾ ਜਿਹੜਾ 7 ਹੈ। ਤੀਜਾ 7 ਜਿਹੜਾ ਸਤਨਾਮ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵਰਤੋਂ ਕੀਤੀ ਹੈ, ਸੱਸਾ ਤੇ ਤੱਤੇ ਨੂੰ ਸਿਹਾਰੀ ਹੈ, ਪੜ੍ਹਨ 'ਚ ਇਹ ਵੀ 7 ਹੈ। ਇਹ ਅੱਖਰ ਸੰਸਕ੍ਰਿਤ ਤੋਂ ਆਇਆ ਹੈ, ਜਿਹਦਾ ਭਾਵ ਹੈ ਸੱਤ ਹੈ। ਗੁਰੂ ਸਾਹਿਬ ਨੇ 7 ਤੱਤੇ ਨੂੰ ਸਿਹਾਰੀ ਪਾ ਕੇ 7 ਕੌਣ ਹੈ? 7 ਉਹੀ ਹੈ ਨਾ ਜਿਹਨੇ ਸਦਾ ਰਹਿਣਾ ਹੈ, ਕਾਇਮ ਰਹਿਣਾ ਹੈ। ਦੇਖੋ, ਸਭ ਨੇ ਟੁਰ ਜਾਣਾ ਹੈ, ਪਰ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ 7 ਹੈ। 3 ਰੂਪਾਂ ਵਿੱਚ ਬੜੇ ਅੱਖਰ ਤੁਹਾਨੂੰ ਮਿਲਣਗੇ। ਇੱਕ ਆਉਂਦਾ ਕੋਟ, ਪੜ੍ਹੀ ਦੇ ਨਾ ਸੁਮਣੀ ਸਾਹਿਬ ਵਿੱਚ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਇਹ ਪੜ੍ਹੀ ਦਾ। ਇੱਕ ਟੈਂਕੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਕਰੋੜ, ਪੜ੍ਹਨ ਵਿੱਚ ਕੋਟ ਹੀ ਹੈ। ਇੱਕ ਕੋਟ ਆਉਂਦਾ ਟੈਂਕੇ ਨੂੰ ਔਂਕੜ ਲੱਗੀ ਹੁੰਦੀ ਹੈ, ਉਹਦਾ ਮਤਲਬ ਹੁੰਦਾ ਕਿਲਾ। ਤੇ ਜੇ ਟੈਂਕਾ ਮੁਕਤਾ ਹੋਵੇ, ਉਹਦਾ ਮਤਲਬ ਹੁੰਦਾ ਕਿਲੇ। ਹੋਰ ਲੈ ਲਓ, ਬੜੇ ਅੱਖਰ ਨੇ ਗੁਰਬਾਣੀ ਦੇ। ਭਗਤ, ਪੜ੍ਹਨ ਵਿੱਚ ਭਗਤ ਆ ਰਿਹਾ, ਜੇ ਭਗਤ ਤੱਤੇ ਨੂੰ ਸਿਹਾਰੀ ਹੈ, ਇਹਦਾ ਭਾਵ ਹੈ ਭਗਤੀ। ਤੇ ਜੇ ਤੱਤਾ ਔਂਕੜ ਹੈ, ਇੱਕ ਭਗਤ ਦੀ ਗੱਲ ਹੋ ਰਹੀ ਹੈ। ਤੇ ਜੇ ਭਗਤ ਮੁਕਤਾ ਹੈ ਤੱਤਾ, ਤੇ ਅਨੇਕਾਂ ਭਗਤਾਂ ਦੀ ਗੱਲ ਹੈ।
सो मैं विषय च ना जावां, बहुत अखर गुरबाणी विच दर्शन करम है, बड़े अक्षर ने। तो गुरु नानक पातशाह ने सानू जेड़ा सतनाम कहा है वो सदा सत है, हमेशा रहने वाला है। ਉਹਦਾ नाम सत है। देखो एक गल इत्थे बड़ी समझण वाली है, ਇਹਦੇ ਵਿੱਚ रमज है। परमात्मा नूं जिन्ने लभना है ना, कोई चित्र नहीं है ਉਹਦਾ, कोई मूर्ति नहीं है। पढ़िया ना उन्हें, चक्कर चेन अर बरन जात अर पात नैन जे, रूप रंग अर रेख भे को कह न सकत कह, अचल मूरत अनभव प्रकाश, अमितोज कहीजै कोट, इंद्र इंद्राण शाह शाहान गणिजै, त्रिभवन महीप सुर नर असुर, नेत नेत बण तरण कहत, तव सर्वनाम कथै कवन, करम नाम बरन सुमत। ਉਹਦਾ कोई चक्कर नहीं है। किसी ने को जी मैं रब दे दर्शन कर ले, कोई चक्कर इच नहीं है, ना ਉਹਦਾ कोई चित्र है, ना कोई चिन्ह है। रब ना गुरु नानक पातशाह ने कहा वो नाम रूप है। गुरु ग्रंथ साहिब दे दर्शन करने तां ही रब दे दर्शन ने, क्योंकि रब नाम दे विच है, रब शब्द दे रूप विच है। गुर शब्द गुर मूरत है, गुरु दा शब्द ही गुरु दी मूरत है। कोई मूरत होर कोई नहीं है कि लंबे वालों वाला होएगा, मोटियां अखां वाला होएगा। रब है जरे जरे विच है, नाम उदा सत है, सदा रहन वाला है। पर वो ऐसा रब नहीं है कि किसी स्ट्रक्चर विच, स्टैचू विच, वाहिगुरू स्टैचू विच या कोई मूर्ति विच कोई ऐसी ਉਹਦੀ कोई तस्वीर बना दी जाए। रब की कोई तस्वीर नहीं। हाँ, मूर्तियां जितनियां तुसी देख रहे हो सब रब दियां ही घड़ियां हुई ने, जिन्नियां तुसी ने, पर रब की अपनी मूरत कोई नहीं जी। ये तां मैं ध्यान दिला रहा कि कई बारी बंदा ना फलाने का ध्यान देखा जी वो रब है जी, मैनू रब के दर्शन हो गए। रब के शब्द दे विच है। जदों तुसी बाणी पढ़ते हो ना, तो उदों ही रब के दर्शन होंदे ने। क्योंकि रब, मैं पहला क्या एक मन च बिठा लिया कि रब नाम रूप है, रब शब्द रूप है, रब गुरबाणी रूप है। मैं नहीं कह रहा, गुरबाणी कह रही वाह वाह बाणी निरंकार है, तिस जेवड़ अवर न कोई। तो इस करके उदा नाम सत है। देखो परमात्मा दे बड़े ही नाम असी पाए ने। कीर्तन नाम कथे तेरे जेबा, सत नाम तेरा परा पूरबला। असी किन्ने ही नाम ने, ये सब कीर्तन नाम ने। कीर्तन तो भाव परमात्मा की किरत वेख के, परमात्मा का काम देख के, परमात्मा का कारज देख के भगतां ने, नाम जपण वालियां ने उहदे नाम रखे ने। पर परमात्मा तेरा नाम है ना जेड़ा परा पूरबला, वो सत नाम है। देखो गोपाल रख दिता, गो हुंदा धरती। किसी ने वेख्या कि सारी धरती का पालना कर रहा है, तो उन्हें गोपाल रख दिता। वैसे गो का मतलब इंद्रियां भी ने, साड़ियां इंद्रियां दी पालन करने वाला है। किसी ने वेख्या सहारा दिता होया पूरी धरती नूं, उन्हें गोबिंद रख दिता। किसी ने कहा मालक है, उन्हें गोसाई रख दिता, है नाम है। किसी ने बिठुल रख दिता, किसी ने नारायण रख दिता, किसी ने दीन दयाल रख दिता, किसी ने करुणापति रख दिता, किसी ने मधुसूदन रख दिता। देखो गुरबाणी विच तुहानू कीर्तन नाम मारे कहते तव सर्व नाम कथै कवन, करम नाम बरन सुमत। ਉਹਦੇ ਕਰਮਾਂ ਨੂੰ ਵੇਖ ਕੇ ਨਾਮ ਰੱਖੇ ਨੇ। ਗੁਰੂ ਜਾਪ ਸਾਹਿਬ ਦੀ ਬਾਣੀ ਪੜ੍ਹੋ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1100 ਤੋਂ ਉੱਤੇ ਨਾਮ ਕੀਰਤਨ ਨਾਮ ਗੁਰੂ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ परमात्मा की किरत वेख के नाम रखे ने 1100 तो उत्ते अजय अलय अपय अभय अबू अजू अनास कास गंज भंज अलख बक काल दयाल लेख बेक नाम काम गा डा नाते परमाते ये पढ़ के आए ना। ये सारे उहदे कीर्तन नाम ने बई परमात्मा ने ये कारज कीते ने ते उहनूं वेख के इहदे नाम रखे ने। और एक गल मैं दसदा
जे कुछ भी ना हुंदा, जे धरती ना हुंदी, सपोज सोचो, इनू कोई किताबां विचों पढ़ के नहीं, एक हट अपना माइंड नू ना परमात्मा दे वाल थोड़ा लियाओ, सोचो, क्योंकि साडा माइंड ना घर दी गृहस्थी विच झमेलियां तो इलावा होर उत्ते किथे नहीं जांदा। सोच छोटी हो चुकी है साडी, मैनूं खिमा कर देना, मैं भी तुहाडे विच ही हाँ। साडी तवज्जो घर दी गृहस्थी, अज ये काम है, अज ये काम है, करो, पर किथे हट के परमात्मा दी उस गहराई विच जाण दा भी ते सोचिए कि परमात्मा जे धरती ना हुंदी ते कीर्तन नाम होने सन। मैनूं यह गल दसो, जब आकार कछ न दिष्टेता पाप उन तब कहते होता। जब धरती नहीं होनी सी ते पाप उन होने सी। एक जगह ते रविदास बड़ा सुंदर कहंदे ने जो पे हम ना पाप करंता अहे अनंता पतत पावन नाम कैसे हुंता। हे रब्बा, देखो रब नाल गल करदे ने भगत लोग, कहंदे हे रब्बा, जे असी लोग पाप ना करदे ते तैनूं पतत पावन किहने कहना सी। तेरा नाम पतत पावन तां पिया है ना कि असी पापी हाँ, तू पतित पावन है, तू पापियां नूं तारन वाला है। कमाल दी गल है। ये सारी तुसी 21वीं अष्टपदी आंदी है मेरा ख्याल, 21वीं, हाँ जी। सरगुण निर्गुण निरंकार सुन समाधि आप आपन किया नानका आपे फिर। उस अष्टपदी दे विच गुरु साहब सारी इहो गल्लां कर रहे हैं। जै निर्मल पुरख पुरखपत होता तै बिन मायल क्यों क्या धोता। जे परमात्मा कुछ भी ना हुंदा, जब कार्य कछ ना दिसता पाप उन तब कैसे होता। जब धारी आपन सुन समझता बैर विरोध की संकमात। जे कुछ भी ना हुंदा ते बैरी साडे आपस वैर किवें पैंदे, वैर विरोध किवें हुंदा। जे हुंदा ही कुछ नहीं ते परमात्मा से जितने तेरे कीर्तन नाम ने ते धरे तराई रह जाने सन। गोपाल ते तां कहंदे जे धरती हुंदी ओहदे विच सहारा दिंदा, ओह पालना करदा, जद कुछ भी नहीं सी। ते गुरु नानक पातशाह कहंदे ने कीर्तन नाम कथे तेरे जेबा सतनाम तेरा परा पुरबला। भाई तेरा जड़ा एक नाम है ना, जड़ा वो वे सतनाम, वो परा पुरबला है। जद कुछ भी नहीं सी ना उदों तेरा नाम सत सी। क्योंकि सतनाम भाव की वो होंद वाला है, वो सदा वो परमात्मा का नाम है। तां ही गुरबाणी विच भी आया ना, जप मन सतनाम सदा सतनाम। होएगा कि हलत पलत मुख उजल होई है, नित ध्याइए हर पुरख निरंजना। वो नाम सत है, सदा ही सत है, हमेशा ही रहने वाला है। देखो सब ने टुर जाना है। पढ़ने है ना, राम गयो रावण गयो जाको बो परवार, कोह नानक थिर कछ नहीं सुपने जियो संसार। देखो रब तो इलावा कोई रहा कौन है फिर। नाम रियो, साधु रियो, रियो गुरु गोबिंद। तीन चीज़ां ने रहना चाहिए। ਉਹਦੇ ਵਿੱਚ ਅਸੀਂ ਵੀ ਆਪਣਾ ਨਾਮ ਲਿਖਵਾ ਸਕਨੇ ਆ। ਇਹਦੇ ਵਿੱਚ ਇਹ ਨਹੀਂ ਹੈ ਕਿ ਸਾਰਿਆਂ ਨੇ ਟੁਰ ਜਾਣਾ, ਨਹੀਂ। ਨਾਮ ਰਿਓ, ਨਾਮ ਨੇ ਕਦੀ ਨਹੀਂ ਮਰਨਾ, ਔਰ ਜਿਹੜਾ ਜਪੇਗਾ ਉਹ ਵੀ ਜੀਵਤ ਰਹੇਗਾ। ਸਭ ਨੇ ਟੁਰ ਜਾਣਾ ਹੈ, ਪਰ ਜਿਨ੍ਹਾਂ ਨੇ ਨਾਮ ਜਪਿਆ ਨਾ, क्योंकि नाम ऐसा है, नाम रियो साधु रियो, भाव गुरु ने रहना है। एक नाम ने रहना है, एक गुरु ने। तां ही असीं कहते ना जुगो जुग अटल। देखो असी होइए ना होइए, गुरु ग्रंथ साहब जुगो जुग अटल रहणगे। तां ही गुरु ग्रंथ साहब जी का प्रकाश दिहाड़ा मनाया जाता है। ज्योति जोत समान पुरब नहीं है। हाँ ठीक है, देह दे विच जदों गुरु साहब सन उन्हां दे ज्योति जोत समान दे पुरब मनाए जा रहे ने, मनांदे रहणगे। पर गुरु ग्रंथ साहब नूं जुगो जुग अटल तां किया है कि वह सदा ही जुग जुग है, वो सदा अटल है। कहीं कहते ना जब तक सूरज चांद रहेगा गुरु ग्रंथ साहब तुहाडा नाम रहेगा। मैं क्या नहीं, जद तक गुरु ग्रंथ साहब रहणगे तद तक सूरज चांद तेरा नाम रहेगा, क्योंकि ये जुगो जुग ने। नाम रियो साधु रियो, रियो गुरु गोबिंद। या नाम ने रहना है, या गुरु ने रहना है, या गोबिंद उस परमात्मा ने। बिंद होंदा सारा, उस गो होंदा धरती,
ਧਰਤੀ ਨੂੰ ਸਹਾਰਾ ਦੇਣ ਵਾਲਾ ਕੌਣ ਹੈ? ਮਾਲਕ। ਮਾਲਕ ਕੌਣ ਹੈ ਸਾਡਾ? ਉਹ परमात्मा। तो मात पिता हम बारक तेरे। तो रहना किने? नाम रेओ साधु रेओ रेओ गुरु गोबिंद को नानक ए जगत में किन जप्यो गुर मंत। जिन्हां ने नाम नूं जपिया उन्हें रहना। तां ही असीं अरदास विच कहीदा ना, जिन्हां तेरा नाम जपिया वंड के छकिया उन्हां दी कमाई दा ध्यान धर के खालसा जी बोलो जी वाहिगुरू। और ਜਿਹੜੇ भी तुसी लोग संगत वाहिगुरू लोग नहीं संगत रो, जितने भी आप रब रूपी संगतां परमात्मा दा नाम जपदियां ने ना, ਤੁਹਾਡੇ प्रति हर एक गुरु नानक नाम लेवा ਤੁਹਾਡੇ प्रति बोलदा है बोलो जी वाहिगुरू। जिन्हां ने नाम जपिया है, देखो नाम जपण वाले दी महिमा बहुत है, पर जपना किदा है? वो एक दा। वो केड़ा वे? जिन्हें कायम रहना है। देखो किसी ने नहीं रहना। जे मैं पहला एग्जाम्पल दे देते, रावण वर्गे राम वर्गे अवतारी शक्तियां जे वो संसार विचों कूच कर गईयां ने, ते तू किस खेत दी मूली है? तू किस बाग दा, तू किस गल तो तू हंकार कर रहे हैं? इस करके सतगुरु पातशाह ने अज सानू जिहड़ी गल कही है कि वह परमात्मा ही पूर्ण है। पढ़निया ना, आद पूर्ण मद पूर्ण अंत पूर्ण परमेश्वर है। सिमरंत संत सरबत्र नानक अगनासन जगदीश्वर है। वो आद तो पूर्ण है। आद जद कुछ भी नहीं सी, शुरुआत तो जदों सुन समाद लगाएंदा, जदों धरती नहीं बनी सी, जदों धरती का विस्तार नहीं होया सी, धरती का हले धरती की आरंभता ही नहीं हुई सी, उदों भी परमात्मा तू पूर्ण सी। मद जिहड़ा हुण चल रहा है, और अगां भी तू ही रहना है। एक साड़ी थोड़ी जी ना भेड़ चाल बहुत है। मैनूं गल सामने आई, मैं तां शेयर कर रहे हैं कि घर पाठ रखे, सहज पाठ अखंड पाठ साहब मुबारक है, रखो धनता दे योग हो। असी तो इतनी सेवा निभा नहीं पा रहे, पर आप जी जिहड़े निता प्रति बड़े बड़े तुहाडे च गुरमुख प्यारे भी बैठे ने, जिहड़े 15-15 20 दिन भोग भी पा लेंदे ने हर सहज पाठ दे। महाराज किरपा करन होर तुहाडे कारजां विच वाधे पाउण। पर मैं एक गल दी हथ बन के बेनती करांगा, हो सकता है किसी नूं कोड़ी भी लगे, क्योंकि गल सामने आई है। तो मैं कहना, मैनूं गुरु नानक पातशाह वालों हुक्म है कि सच दा पहरा देना है, सच नूं, क्योंकि सच की बाणी नानक आके सच सुनाए सी, सच की बेला। इत्थे सच की गल होनी है। देखो तुसीं अकाल तखत की मर्यादा पढ़ो, या तो असीं पढ़दे नहीं हाँ, जे पढ़ने तो उदों ते अमल नहीं करते, क्योंकि अकाल तखत वो तखत है जितों हर गोबिंद पातशाह ने सानू एक हुक्म किया सी कि इत्थों मर्यादा अकाल तखत की बनेगी। वो अकाल तखत की मर्यादा किसी शरीर की नहीं है। वो समझो कि जे भावना बनानी है तो हर गोबिंद पातशाह की है। मीरी पीरी दे मालक जिन्हां दा कल असी आगमन पूरब बड़ी श्रद्धा प्रेम भावना नाल मनाया है। तो मेरे कहन तो भाव कि मैं जिहड़ी गल विचार सामने आई कि आद पूर्ण मद पूर्ण अंत पूर्ण परमेश्वर है। जदों अखंड पाठ साहब चल रहे हुंदे ने, अचानक असी भाई साहब नूं कहने, भाई साहब मद आ गया, अरदास करो। साध संगत अखंड गुरबाणी दे अंदर कोई मद नहीं जे। मनु खिमा, ये जिहड़ा मद आया ना, ये जिहड़ा युग चल रहा जस्ट जिहदे उत्ते प्रेजेंट जिहदे उत्ते असी विचर रहे हैं, दैट इज मद। वो मद उहदे वास्ते, वो परमात्मा वास्ते आया है कि वो पूर्ण है। अज भी पूर्ण है, पहला भी पूर्ण सी। असी भाई साहब नूं कहने जी, जे मद हुंदा, गुरु ग्रंथ साहिब दे आप सियाणे बैठे हो, रोजाना पाठ करन वाले बैठे हो, 1430 अंक ने ना जिहदे दर्शन करते हो आप रोज, ते मद कित्थे बैठदा? जे मद दा भी हिसाब ला लो, चलो 715 ते ये शब्द जिहड़ा सुभाएमान है, ये 705 ते वे। मनु खिमा कर देना। तो काल तखत की मर्यादा अनुसार वैसे तुसीं अरदास करो, विच रोज करो, सवेरे शाम करो, देख बनाओ, अखंड पाठ साहब करते हैं, नो प्रॉब्लम। पर असीं यह लै लीए कि यह मद हो गया है। ये भी एक दिमाग दे विचों मन दे जिहड़े कुछ छोटे मोटे असीं गलतियां अनजान पुणे च कर रहे हैं, उत्थों असीं, जे हो सकता है कोई मैं गलत होवां तो आप मेरे को गल भी कर सकते हो। ये अकाल तखत की मर्यादा है कि विचरदियां होया अखंड पाठ साहब विच या सहज पाठ विच या सप्ताहिक पाठ विच कदों भी गुरु ग्रंथ साहब का पाठ कर रहे हो, मद कोई नहीं आंदा। या तो आद तो संपूर्णता तक ही अरदास होंदी है, विच करो
लेकिन उन्होंने मद का रूप लैके नहीं, जे चलते चलते भी सोदर का पाठ किया करो, लेकिन कोशिश करो इस चुंगल तो भी निकलीए, क्योंकि जो जो गुरबाणी का सानू अभ्यास होएगा सानू चंगियां गल्लां पता लगणगियां, क्योंकि असी एक मर्यादा दे एक झंडे दे थल्ले रहना है। वो अकाल तखत दा दास जदों भी गल करदा अकाल तखत की मर्यादा जी कित्थों, कई कहंदे ने मैं जी अंम੍ਰਿਤ छकिया जी, मैं फलाणे सिंह का छकिया, मैं नाम नहीं लै रहा, मैं फलाणे जत्थे का छकिया। कहंदे वीर जी तुसीं किहड़े जत्थे का अंम੍ਰਿਤ छकिया? मैं कहा नहीं, मैं तो गुरु गोबिंद सिंह महाराज के दर का अंम੍ਰਿਤ छकिया है, मैं तो माता साहब कौर दे घरों मैं उन्हां दा बालक बन के अंम੍ਰਿਤ छकिया है। मैं किसी मुबारक ने मैनू, मैं सब का सत्कार करना वा। मैं नहीं कह रहा कि दमदमी टकसाल या सिख मिशनरी या कंड कीर्तनी सारे सत्कार योग ने, पर नानक अंम੍ਰਿਤ एक है, दूजा अंम੍ਰਿਤ ना है। अंम੍ਰਿਤ इक्को ही है, वो वे धन गुरु गोबिंद सिंह महाराज का पंजा प्यारियां पासों जो गुरु गोबिंद सिंह महाराज ने 1699 की विसाखी ते एक कोतक वरताया सी, ते असी उस दे पुजारी हाँ, असी उस दे हिसाब नाल असी अंम੍ਰਿਤ छकना है। तो महाराज बख्शिश करन ते अज इस गल नूं दृढ़ करा रहे हैं कि उहदा नाम सत है। परमात्मा का जिहड़ा परा पुरबला नाम है वो वे सत। सत तो भाव सत्ते, सत्ते तो भाव सदा सच। सच की है? सच होई है जिहड़ा सदा रहेगा, ते वो सदा कायम रहन वाला, सदा रहन वाला उहदा नाम सत है। गुरु महाराज बख्शिश करन। बेअंत भुल्लां गलतियां होईयां ने, दास एक्सैप्ट करदा है, क्योंकि जबान साडी है थिरक सकती है, पर जे बचन गुरु ने कढ़ाए ने तो उहदे विच चंगी गल होवे आप जी जरूर उन्होंने ग्रहण करो। तो अगले हफ्ते महाराज सुआस बख्शन ते असी करता पुरख नूं विचारन दी गुरु साहब कोलों इजाजत लैके तुहाडे इस विच बैठांगे जे गुरु महाराज ने सुआस बख्शे। सो बेअंत भुल्लां गलतियां दी खिमा कर देनी। सारे माई भाई असीस देना करो जी। वाहिगुरू जी का खालसा, वाहिगुरू जी की फतेह।